ਮੇਰੇ ਬਾਬਾ, ਇਹ ਬਾਬਾ ਉਹਨੂੰ ਕਹਿ ਰਹੇ ਨੇ ਜਿਹੜੇ ਲੋਕ ਕਬੀਰ ਸਾਹਿਬ ਨੂੰ ਇਹ ਆ ਕੇ ਕਹਿੰਦੇ ਸੀ ਵੀ ਪੜ੍ਹਿਆ ਹੋਇਆ ਨਹੀਂ। ਅਕਾਲ ਪੁਰਖ ਵਾਹਿਗੁਰੂ ਨੂੰ ਕਹਿ ਰਹੇ ਨੇ। ਨਾਲ ਇਹ ਵੀ ਇਹਦੇ ਅਰਥ ਬਣਦੇ ਨੇ। ਕਹਿੰਦੇ ਨੇ ਕਿ ਮੈਂ ਬੌਰਾ, ਮੈਂ ਮਸਤਾਨਾ ਹੋ ਗਿਆ ਵਾਹਿਗੁਰੂ ਦੇ ਨਾਮ ਦੇ, ਕਿਉਂਕਿ ਉਹ ਵੀ ਇੱਕ ਨਸ਼ਾ ਹੈ, ਇੱਕ ਆਨੰਦ ਹੈ। ਅਤੇ ਇਹ ਜਿਹੜੀ ਖਲਕਤ ਹੈ, ਜਿਹੜੇ ਰੋਜ਼ ਗੱਲਾਂ ਕਰਨ ਵਾਲੇ, ਕਹਿੰਦੇ ਇਹ ਸਿਆਣੇ ਨੇ। ਤੇ ਮੈਂ ਮਸਤਾਨਾ ਹੋ ਗਿਆ ਤੇਰੇ ਨਾਮ ਦੇ ਅੰਦਰ, ਹੇ ਮੇਰੇ ਬਾਬਾ ਮੈਂ ਬਿਗੜਿਓ ਬਿਗੜੈ ਮਤ ਔਰਾ ਰਹਾ। ਮੈਂ ਤਾਂ ਵਿਗੜ ਹੀ ਗਿਆ ਹਾਂ, ਮੈਨੂੰ ਵਿਗੜਿਆ ਕਹਿੰਦੇ ਨੇ। ਲੋਕਾਂ ਨੇ ਉਸ ਵੇਲੇ ਕਬੀਰ ਸਾਹਿਬ ਨੂੰ ਕਿਹਾ ਬਈ ਇਹ ਜਿਹੜਾ ਕਬੀਰ ਵਿਗੜ ਗਿਆ ਹੈ, ਇਹ ਸਹੀ ਰਾਹ 'ਤੇ ਨਹੀਂ ਚੱਲਦਾ, ਹਮੇਸ਼ਾ ਹੀ ਹੋਇਆ ਹੈ। ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਨੂੰ ਸੰਸਾਰੀ ਹਮੇਸ਼ਾ ਕਹਿੰਦੇ ਰਹੇ ਨੇ ਕਿ ਵਿਗੜ ਗਏ ਨੇ, ਪੁੱਠੇ ਰਾਹ 'ਤੇ ਚੱਲਦੇ, ਇਹਨਾਂ ਨੂੰ ਅਕਲ ਨਹੀਂ ਆਉਂਦੀ। ਇਸ ਕਰਕੇ ਕਹਿੰਦੇ ਮੈਂ ਬਿਗੜਿਓ ਬਿਗੜੈ ਮਤ ਔਰਾ। ਕਬੀਰ ਸਾਹਿਬ ਨੇ ਇੱਕ ਹੋਰ ਇੱਥੇ ਗੱਲ ਕਹੀ ਹੈ। ਉਹ ਕਹਿੰਦੇ ਵੀ ਹੋਰ ਨਾ ਕੋਈ ਵਿਗੜਿਆ ਜੇ, ਭਾਵ ਮੇਰੇ ਤੋਂ ਬਚ ਕੇ ਰਿਹਾ ਜੇ, ਕਿਉਂਕਿ ਜਿਹੜਾ ਮੇਰਾ ਆ ਗਿਆ, ਜੱਫੇ ਵਿੱਚ ਆ ਗਿਆ, ਉਹਨੂੰ ਵੀ ਮੈਂ ਆਪਣੇ ਵਰਗੇ ਕਰ ਲੈਣਾ। ਸਾਧੂ ਦੀ ਨਿਸ਼ਾਨੀ ਹੁੰਦੀ ਏ ਉਹ, ਇਹ ਹੁੰਦਾ ਤੇ ਗੁਣ ਮਨਮੁਖ ਦੇ ਵਿੱਚ ਵੀ ਹੈ। ਮਨਮੁਖ ਵੀ ਡੰਗ ਮਾਰ ਕੇ ਉਹ ਜ਼ਹਿਰ ਚੜਾ ਦਿੰਦਾ ਆਪਣੀ, ਪਰ ਸਾਧੂ ਵਿੱਚ ਵੀ ਇਹ ਕਲਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਿ ਉਹ ਜਿਵੇਂ ਦਾ ਆਪ ਹੈ ਦੂਸਰਿਆਂ ਨੂੰ ਉਸੇ ਤਰ੍ਹਾਂ ਦਾ ਕਰ ਦਿੰਦਾ ਹੈ। ਕਹਿੰਦੇ ਹੋਰ ਵੀ ਬਚ ਕੇ ਰਿਹਾ ਜੇ, ਕਿਉਂਕਿ ਹੋਰ ਨਾ ਕੋਈ ਵਿਗੜ ਜਾਏ, ਮੇਰੇ ਵਾਂਗ ਮਸਤਾਨਾ ਹੋ ਜਾਏ। ਆਪ ਨਾ ਬੌਰਾ ਰਾਮ ਕੀਓ ਬੌਰਾ। ਮੈਂ ਆਪ ਨਹੀਂ ਬੌਰਾ ਹੋਇਆ, ਕਮਲਾ ਹੋਇਆ, ਮੈਨੂੰ ਰਾਮ ਨੇ ਬੌਰਾ ਮਸਤਾਨਾ ਕਰ ਦਿੱਤਾ ਹੈ। ਸਤਿਗੁਰ ਜਾਰ ਗਇਓ ਭ੍ਰਮ ਮੋਰਾ। ਇਹ ਪੂਰੇ ਸਤਿਗੁਰੂ ਨੇ ਮੇਰਾ, ਜਿਹੜਾ ਰਾਮਾਨੰਦ ਜੀ ਇਹਨਾਂ ਦੇ ਗੁਰੂ ਸਨ, ਉਹਨਾਂ ਨੇ ਸਿੱਖਿਆ ਦਿੱਤੀ ਹੈ। ਉਸ ਆਧਾਰ 'ਤੇ ਤੁਰਨ ਕਰਕੇ ਮੇਰਾ ਭਰਮ ਸੜ ਗਿਆ ਤੇ ਅਸਲੀਅਤ ਨਜ਼ਰ ਆਈ ਵੀ ਸੰਸਾਰ ਤਾਂ ਕੁਝ ਵੀ ਨਹੀਂ, ਅਸਲੀ ਤਾਂ ਨਾਮ ਹੀ ਸਭ ਕੁਝ ਹੈ। ਮੈਂ ਬਿਗੜੇ ਆਪਣੀ ਮਤ ਖੋਏ। ਮੈਂ ਆਪਣੀ ਮਤ ਗਵਾ ਲਈ, ਲੋਕੀ ਕਹਿੰਦੇ ਹਨ, ਤੇ ਵਿਗੜ ਗਿਆ ਹਾਂ। ਮੇਰੇ ਭਰਮ ਭੁੱਲੋ ਮਤ ਕੋਈ। ਤੇ ਮੇਰੇ ਪੁੱਛੇ ਪਿੱਛੇ ਨਾ ਤੁਸੀਂ ਆਓ ਜੇ ਮੈਂ ਵਿਗੜ ਗਿਆ ਹਾਂ, ਮੇਰੇ ਨਾਲ ਨਾ ਤੁਸੀਂ ਤੁਰੋ, ਮੈਂ ਕਿਹੜਾ ਤੁਹਾਨੂੰ ਕੁਝ ਕਹਿੰਦਾ ਹਾਂ। ਬੌਰਾ ਜੋ ਆਪ ਨਾ ਪਛਾਣੈ। ਪਰ ਅਸਲ ਵਿੱਚ ਬੌਰਾ ਕਮਲਾ ਉਹੀ ਹੈ ਜੋ ਆਪਣੇ ਆਪ ਨੂੰ ਨਹੀਂ ਪਛਾਣਦਾ, ਆਪਣੇ ਆਪ ਵੱਲ ਨਹੀਂ ਝਾਕਦਾ। ਜਿਹੜਾ ਆਪ ਪਛਾਣੈ ਤਾਂ ਇੱਕ ਜਾਣੈ। ਜੇ ਆਪਣੇ ਸ਼ੁੱਧ ਸਰੂਪ ਨੂੰ ਜਾਣ ਲਵੇ, ਪਵਿੱਤਰ ਕਰ ਲਵੇ, ਤਾਂ ਉਹ ਪਰਮਾਤਮਾ ਨੂੰ ਪਹਿਚਾਨ ਲਵੇਗਾ ਆਪਣੇ ਅੰਦਰੋਂ। ਅਬਹਿ ਨਾ ਮਾਤਾ ਸੋ ਕਬਹੁ ਨਾ ਮਾਤਾ। ਜਿਹੜਾ ਹੁਣ ਨਹੀਂ ਮਸਤਾਨਾ ਹੋਇਆ, ਜਿਹੜਾ ਹੁਣ ਨਹੀਂ ਜੁੜਿਆ ਪਰਮੇਸ਼ਰ ਨਾਲ, ਮਤ ਸੋਚੋ ਮਰਨ ਤੋਂ ਬਾਅਦ ਜੁੜ ਜਾਏਗਾ, ਜਾਂ ਹੋਰ ਕਿਤੇ ਅੱਗੇ ਕੋਈ ਜਾ ਕੇ ਕੋਈ ਵੱਖਰਾ ਪ੍ਰਬੰਧ ਹੋਵੇਗਾ। ਕਬੀਰ ਰਾਮੈ ਰੰਗ ਰਾਤਾ। ਕਬੀਰ ਸਾਹਿਬ ਜੀ ਰਾਮ ਦੇ ਸੋਹਣੇ ਪਰਮਾਤਮਾ ਦੇ ਰੰਗ ਵਿੱਚ, ਪ੍ਰੇਮ ਵਿੱਚ ਇਹ ਗੱਲ ਕਹਿ ਰਹੇ ਹਨ, ਰੱਤੇ ਹੋਏ ਹਨ। ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਕਬੀਰ ਸਾਹਿਬ ਇੱਥੇ ਮਨ ਦੀ ਅਵਸਥਾ ਕਹਿ ਰਹੇ ਨੇ ਕਿ ਕਿਵੇਂ ਦਾ ਹੈ ਸਾਡਾ ਮਨ। ਕਹਿੰਦੇ ਨੇ ਜੇ ਘਰ ਛੱਡ ਦਈਏ, ਗ੍ਰਹਿ ਤਜ ਦਈਏ, ਗ੍ਰਹਿ ਮੈਨੇ ਘਰ, ਘਰ ਛੱਡ ਕੇ ਗ੍ਰਹਿ ਤਜ ਬਨ ਖੰਡ ਜਾਈਏ, ਤੇ ਬਨਾਂ ਦੇ ਵਿੱਚ ਜਾ ਕੇ ਵਸ ਜਾਈਏ। ਚੁਣ ਖਾਈਏ ਕੰਦਾ, ਕੰਦ ਮੂਲ ਯਾਨੀ ਕਿ ਰੁੱਖਾਂ ਦੀਆਂ ਜੜ੍ਹਾਂ ਕੱਢ ਕੇ ਖਾਈਏ। ਇਹ ਫਲ ਵੀ ਨਾ ਖਾਈਏ ਵੀ ਸਰੀਰ ਵਿੱਚ ਵਿਕਾਰ ਪੈਦਾ ਹੁੰਦੇ ਨੇ, ਕਈ ਰੋਟੀ ਛੱਡ ਜਾਂਦੇ ਜਾਂ ਹੋਰ ਦੁੱਧ ਨਹੀਂ ਪੀਂਦੇ। ਤਾਂ ਜੇ ਇਸ ਤਰ੍ਹਾਂ ਸੋਚ ਕੇ ਕਹਿੰਦੇ ਭਾਵੇਂ ਜੜ੍ਹਾਂ ਵੀ ਖਾ ਲਈਏ, ਅਜੋ ਵਿਕਾਰ ਨਾ ਛੋੜੈ ਪਾਪੀ ਮਨ ਮੰਦਾ। ਪਰ ਅਜੇ ਵੀ ਵਿਕਾਰਾਂ ਨੂੰ ਨਹੀਂ ਛੱਡੇਗਾ ਮਨ, ਕਿਉਂਕਿ ਉਹ ਤਾਂ ਖੁਰਾਕ ਬੰਦ ਕੀਤੀ ਹੋਈ ਹੈ। ਹੁਣ ਮੌਕਾ ਹੀ ਨਹੀਂ ਮਿਲਿਆ ਚੋਰ ਨੂੰ, ਤੇ ਚੋਰੀ ਕਰੇਗਾ ਕਿਵੇਂ? ਉਹ ਖੁਰਾਕ ਬੰਦ ਕਰ ਦਿੱਤੀ, ਇਸ ਕਰਕੇ ਘਟ ਗਿਆ। ਲੱਗਦਾ ਵੀ ਕਾਮ ਕ੍ਰੋਧ ਵਾਸ਼ਨਾ ਘਟ ਗਈ ਅੰਦਰ। ਪਰ ਕਹਿੰਦੇ ਪਰਤ ਕੇ ਜਿੱਦਣ ਫਿਰ ਮਿਲ ਗਿਆ ਕਿਤੇ ਚੰਗਾ ਸੰਘਣਾ ਜਾਂ ਦੁੱਧ, ਤੇ ਫਿਰ ਉਹੀ ਗੱਲ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪੀ ਮਨ ਮੰਦਾ। ਇਹ ਜਿਹੜਾ ਪਾਪੀ ਮਨ ਹੈ ਨਾ, ਚੋਰ ਇਹਦੇ ਵਿੱਚ ਲੁਕਿਆ ਹੋਇਆ ਹੈ। ਕਿਉ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੇ। ਤੇ ਇੱਥੇ ਅਰਦਾਸ ਦੇ ਰੂਪ ਵਿੱਚ ਕਹਿੰਦੇ ਨੇ, ਹੇ ਪ੍ਰਮਾਤਮਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਕਿਵੇਂ ਛੁੱਟਾਂ ਇਹਨਾਂ ਵਿਕਾਰਾਂ ਤੋਂ, ਕਿਵੇਂ ਤਰਾਂ ਇਸ ਭਵਜਲ ਤੋਂ, ਸੰਸਾਰ ਦੇ ਜਿਹੜਾ ਭਾਰੀ ਵਿਕਾਰਾਂ ਦਾ ਭਵਜਲ ਹੈ। ਰਾਖ ਰਾਖ ਮੇਰੇ ਬੇਠੁਲਾ ਜਨ ਸਰਨ ਤੁਮਾਰੇ। ਰਹਿਮਤ ਕਰਕੇ ਬਚਾ ਲਓ ਸੱਚੇ ਪਾਤਸ਼ਾਹ ਨਾ ਵਿਕਾਰਾਂ ਤੋਂ। ਦਾਸ ਕਬੀਰ ਤੁਹਾਡੀ ਸ਼ਰਨ ਵਿੱਚ ਆਇਆ ਹੈ। ਵਿਖੈ ਵਿਖੈ ਕੀ ਬਾਸਨਾ ਤਜੀ ਨਹੀਂ ਜਾਈ। ਇਹ ਵਿਖੈ ਦੀ, ਜ਼ਹਿਰ ਦੀ ਜਿਹੜੀ ਵਾਸ਼ਨਾ ਹੈ ਕਾਮ ਦੀ, ਇਹ ਛੱਡੀ ਨਹੀਂ ਜਾਂਦੀ। ਬੜਾ ਯਤਨ ਕੀਤਾ ਹੈ, ਇਹਨੂੰ ਤਿਆਗਿਆ ਨਹੀਂ ਜਾਂਦਾ। ਅਨੇਕ ਯਤਨ ਕਰ ਰਾਖੀਐ ਫਿਰ ਲਪਟਾਏ। ਅਨੇਕ ਯਤਨ ਕਰਕੇ ਕਈ ਵਾਰੀ ਛੱਡੀਦਾ ਹੈ, ਕਈ ਵਾਰੀ ਸੋਚੀਦਾ ਵੀ ਨਹੀਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਲਪਟਾਈ।
ਫਿਰ ਬੰਦੇ ਦਾ ਮਨ ਜਿਹੜਾ ਇਹਨਾਂ ਕਾਮ ਕ੍ਰੋਧ ਵਿਕਾਰਾਂ ਵਿੱਚ ਫਸ ਜਾਂਦਾ ਹੈ। ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾਨਿਕਾ। ਜੀਵਨ ਦੇ ਵਿੱਚ ਜਰਾ ਯਾਨੀ ਕਿ ਬੁਢਾਪਾ ਆ ਗਿਆ, ਜਰਾ ਜੀਵਨ ਜੋ ਬਨ ਗਿਆ, ਜਵਾਨੀ ਵੀ ਚਲੀ ਗਈ, ਕੋਈ ਚੱਜ ਦਾ ਕੰਮ ਨੀਕਾ ਕੰਮ ਨਹੀਂ ਕੀਤਾ। ਇਹੋ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ। ਇਹ ਜਿਹੜਾ ਜੀਵਨ ਸੀ ਬੜਾ ਕੀਮਤੀ ਮਿਲਿਆ ਸੀ, ਵਾਹਿਗੁਰੂ ਵੱਲੋਂ ਇਹ ਸਰੀਰ ਪ੍ਰਾਪਤ ਹੋਇਆ ਸੀ। ਕਹਿਣ ਲੱਗੇ ਕੌਡੀ ਦੇ ਭਾਅ ਲਾ ਕੇ ਮਤਲਬ ਇਹਨੂੰ ਗਵਾ ਲਿਆ ਹੈ ਛੋਟੇ ਕੰਮਾਂ ਵਿੱਚ ਪੈ ਕੇ, ਸਿਮਰਨ ਨਹੀਂ ਕੀਤਾ ਔਰ ਕੌਡੀਆਂ ਇਕੱਠੀਆਂ ਕਰਦਿਆਂ ਹੀ ਏਡਾ ਕੀਮਤੀ ਜੀਵਨ ਗਵਾ ਦਿੱਤਾ ਹੈ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਕਬੀਰ ਸਾਹਿਬ ਕਹਿੰਦੇ ਨੇ, ਹੇ ਮਾਧੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੂੰ ਸਰਬ ਵਿਆਪੀ ਹੈ, ਤੂੰ ਸਾਰੇ ਥਾਵਾਂ ਤੇ ਹੈ। ਤੁਮ ਸੰਸਰ ਨਾਹੀ ਦਇਆਲ ਮੋਹਿ ਸੰਸਰ ਪਾਪੀ। ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਤੇ ਜੇ ਤੁਸੀਂ ਸਾਰੇ ਥਾਵਾਂ ਤੇ ਹੋ ਤੇ ਸਾਰੇ ਥਾਵਾਂ ਤੇ ਮੇਰੀ ਰੱਖਿਆ ਵੀ ਕਰ ਸਕਦੇ ਹੋ, ਆਪ ਬਚਾ ਸਕਦੇ ਹੋ। ਮੇਰੇ ਵਰਗਾ ਕੋਈ ਪਾਪੀ ਹੋਰ ਨਹੀਂ ਹੈ। ਲਾਵਲ ਨਿਤ ਉਠ ਕੋਰੀ ਗਾਗਰ ਆਨੈ ਲੀਪਦ ਜਿਉ ਗਇਓ। ਇੱਥੇ ਇਹ ਜਿਹੜਾ ਸ਼ਬਦ ਹੈ ਇਹ ਕਬੀਰ ਸਾਹਿਬ ਜੀ ਦੀ ਮਾਤਾ ਜਿਹੜੀ ਹੈ ਉਹ ਆਪਣੇ ਨੇੜੇ ਤੇੜੇ ਦੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਇਕੱਠਿਆਂ ਕਰਕੇ ਕਹਿੰਦੀ ਹੈ ਇਹ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ। ਕਿਉਂਕਿ ਕਬੀਰ ਸਾਹਿਬ ਜਦੋਂ ਬੰਦਗੀ ਵਿੱਚ ਬੰਦਾ ਜੁੜਦਾ ਹੈ, ਹੁਣ ਬੰਦਗੀ ਕੋਈ ਇਸ ਤਰ੍ਹਾਂ ਦੀ ਚੀਜ਼ ਤਾਂ ਹੈ ਨਹੀਂ ਕਿ ਤੁਸੀਂ 5 ਬਾਣੀਆਂ ਦਾ ਨਿਤਨੇਮ ਕਰੋ ਤੇ ਤੁਹਾਨੂੰ 500 ਰੁਪਈਆ ਦੇ ਦੇ ਕੋਈ ਆ ਕੇ। ਉਹ ਤਾਂ 1 ਘੰਟਾ ਤੁਹਾਨੂੰ ਚੌਂਕੜਾ ਮਾਰ ਕੇ ਬਹਿਣਾ ਪੈਣਾ, ਉਹਦੇ ਵਿੱਚੋਂ ਸੰਸਾਰ ਦੀਆਂ ਚੀਜ਼ਾਂ ਤੇ ਕੋਈ ਮਿਲਦੀਆਂ ਨਹੀਂ। ਔਰ ਕਈ ਵਾਰੀ ਇਹ ਰੰਗ ਜ਼ਿਆਦਾ ਚੜ੍ਹ ਜਾਏ ਤੇ ਸਿਮਰਨ ਕਰਨ ਵਾਲਾ ਫਿਰ ਕਈ ਵਾਰੀ ਸੰਸਾਰ ਦੇ ਕੰਮਾਂ ਵੱਲੋਂ ਥੋੜ੍ਹਾ ਜਿਹਾ ਪਿੱਛੇ ਹਟ ਜਾਂਦਾ ਹੈ। ਉਹ ਹਾਲਾਤ ਕਬੀਰ ਸਾਹਿਬ ਦੀ ਬਣ ਗਈ। ਜਦੋਂ ਕਿਤੇ ਨਾਮ ਜਪਦਿਆਂ ਆਨੰਦ ਜ਼ਿਆਦਾ ਆਉਣ ਲੱਗ ਪਿਆ ਤੇ ਕੰਮ ਵੱਲੋਂ ਥੋੜ੍ਹੀ ਜਿਹੀ ਘੋਲ ਹੋ ਗਈ, ਯਾਨੀ ਕਿ ਪਿੱਛੇ ਹਟ ਗਏ। ਉਸ ਅਵਸਥਾ ਦੇ ਵਿੱਚ ਫਿਰ ਘਰ ਦਾ ਕੰਮ ਨਹੀਂ ਹੁੰਦਾ ਤੇ ਜਿਹੜੀ ਉਹ ਖੱਡੀ ਬੁਣਦੇ ਸਨ ਉਹ ਵੀ ਕੰਮ ਨਹੀਂ ਹੁੰਦਾ। ਤੇ ਜਦੋਂ ਕੰਮ ਨਹੀਂ ਹੁੰਦਾ ਤਾਂ ਉਸ ਵੇਲੇ ਫਿਰ ਮਾਇਆ ਵੀ ਨਹੀਂ ਆਉਂਦੀ ਘਰ ਦੇ ਵਿੱਚ ਤੇ ਲੜਾਈ ਝਗੜਾ ਹੁੰਦਾ ਹੈ। ਮਾਤਾ ਜਿਹੜੀ ਕਲਪਦੀ ਬੜੀ ਤੇ ਉਹ ਨਾਲ ਦੀਆਂ ਨੂੰ ਕੀ ਕਹਿੰਦੀ ਹੈ, ਫਿਰ ਪੜੋ ਜੀ। ਨਿਤ ਉਠ ਕੋਰੀ ਗਾਗਰ ਆਨੈ ਲੀਪਦ ਜਿਉ ਗਇਓ। ਕਹਿਣ ਲੱਗੇ ਜਿਹੜਾ ਕਬੀਰ ਹੈ ਨਾ ਮੇਰਾ ਲੜਕਾ, ਇਹਦਾ ਇੱਕੋ ਹੀ ਕੰਮ ਰਹਿ ਗਿਆ, ਨਿਤ ਸਵੇਰੇ ਉੱਠ ਕੇ, ਕਿਉਂਕਿ ਉਦੋਂ ਉੱਠ ਕੇ ਬਾਹਰ ਜਾਣਾ ਪੈਂਦਾ ਸੀ ਆਪਣਾ ਇਸ਼ਨਾਨ ਕਰਨ ਵਾਸਤੇ, ਨਦੀਆਂ ਤੇ ਕਾਂਸ਼ੀ ਰਹਿੰਦੇ ਸੀ। ਕਹਿੰਦੇ ਸਵੇਰੇ ਹੀ ਜਾਂਦਾ ਤੇ ਘੜਾ ਲੈ ਕੇ ਚਲਾ ਜਾਂਦਾ, ਉੱਥੇ ਇਸ਼ਨਾਨ ਕਰਦਾ ਤੇ ਉੱਥੋਂ ਹੋਰ ਕੋਰੀ ਗਾਗਰ, ਕੋਰੀ ਮੈਨੇ ਜਿਹਦੇ ਵਿੱਚ ਪਹਿਲਾਂ ਪਾਣੀ ਨਹੀਂ ਪਾਇਆ। ਕਈ ਵਾਰੀ ਇਸ ਤਰ੍ਹਾਂ ਦੇ ਕੋਈ ਸਾਧੂ ਆ ਜਾਂਦੇ ਸੀ, ਇਸ ਤਰ੍ਹਾਂ ਦੇ ਗੁਰਮੁਖ ਆ ਜਾਣੇ। ਵੈਸੇ ਕੋਈ ਜ਼ਰੂਰੀ ਨਹੀਂ ਵੀ ਕੋਰੀ ਹੁੰਦੀ ਸੀ ਗਾਗਰ, ਗਾਗਰ ਦਾ ਮਤਲਬ ਸੀ ਵੀ ਪਾਣੀ ਭਰ ਕੇ ਲਿਆਉਂਦੇ ਸੀ। ਤੇ ਉਹ ਉਹਨਾਂ ਦੇ ਇਸ਼ਨਾਨ ਵਾਸਤੇ ਫਿਰ ਚਾਅ ਦੇ ਨਾਲ, ਪਿਆਰ ਦੇ ਨਾਲ, ਜਿਵੇਂ ਸਾਡੇ ਕੋਲ ਕੋਈ ਗੁਰਸਿੱਖ ਆ ਜਾਏ, ਗੁਰੂ ਕਾ ਪਿਆਰਾ ਆ ਜਾਏ ਤੇ ਅਸੀਂ ਪਿਆਰ ਦੇ ਨਾਲ ਜੋ ਕੋਈ ਸਾਡੇ ਕੋਲ ਹੋਵੇ ਅਸੀਂ ਯਤਨ ਕਰਨੇ ਆ ਵੀ ਹਾਜ਼ਰ ਕਰੀਏ ਇਹਦੀ ਸੇਵਾ ਦੇ ਵਿੱਚ। ਇਸ ਤਰ੍ਹਾਂ ਕਬੀਰ ਸਾਹਿਬ ਦੇ ਕੋਲ ਸੰਤ ਜਨ ਆਉਂਦੇ ਸੀ ਤੇ ਉਹਨਾਂ ਦਾ ਆਦਰ ਭਾਵ ਕਰਨ ਵਾਸਤੇ, ਸਤਿਕਾਰ ਕਰਦੇ ਸੀ ਉਹਨਾਂ ਵਾਸਤੇ। ਨਾਲੇ ਆਪ ਇਸ਼ਨਾਨ ਕਰਕੇ ਆਉਂਦੇ ਸੀ, ਨਿੱਤ ਉੱਠ ਸਵੇਰੇ ਨਿੱਤ ਉੱਠ ਕੇ ਆਪ ਵੀ ਇਸ਼ਨਾਨ ਕਰਕੇ ਆਉਣਾ ਤੇ ਕੋਰੀ ਗਾਗਰ ਆਉਣ, ਨਾਲੇ ਪਾਣੀ ਭਰ ਕੇ ਲਿਆਉਣਾ ਕੋਰੀ ਗਾਗਰ ਵਿੱਚ ਗੁਰਮੁਖਾਂ ਵਾਸਤੇ, ਸਾਧੂਆਂ ਵਾਸਤੇ, ਉਹਨਾਂ ਦੀ ਸੇਵਾ ਵਾਸਤੇ। ਤੇ ਫਿਰ ਲੀਪਤ ਮੈਨੇ ਪੋਚਾ ਮਾਰਨਾ ਜੀਓ ਗਇਓ। ਕਹਿੰਦੇ ਇਹਦਾ ਸਾਰਾ ਜੀਵਨ ਹਰ ਰੋਜ਼ ਇਹਨਾਂ ਵਾਸਤੇ ਲੰਗਰ ਪਕਾਉਂਦਿਆਂ, ਪੋਚਾ ਫੇਰਦਿਆਂ, ਕਿਉਂਕਿ ਉਦੋਂ ਕੱਚੇ ਥਾਂ ਹੁੰਦੇ ਸੀ ਤੇ ਜਿੱਥੇ ਬਿਠਾ ਕੇ ਲੰਗਰ ਛਕਾਉਣਾ ਹੁੰਦਾ ਸੀ ਉੱਥੇ ਪੋਚਾ ਫੇਰਦੇ ਹੁੰਦੇ ਸੀ ਲੋਕ। ਕਹਿਣ ਲੱਗੇ ਇਹਦਾ ਇਹੀ ਕੰਮ ਹੈ ਵੀ ਸਵੇਰੇ ਉੱਠਦਾ ਹੈ, ਪਾਣੀ ਢੋਂਦਾ ਰਹਿੰਦਾ ਉਹਨਾਂ ਵਾਸਤੇ ਤੇ ਪੋਚੇ ਮਾਰਦਾ ਰਹਿੰਦਾ ਸਾਰਾ ਦਿਨ। ਵੀ ਉਹਨਾਂ ਨੇ ਕਿਸੇ ਨੇ ਆਉਣਾ, ਕਦੀ ਇੱਕ ਆਉਂਦਾ ਫਿਰ ਦੂਜੇ ਦੀ ਖਬਰ ਆ ਜਾਂਦੀ ਵੀ ਹੋਰ ਆ ਰਿਹਾ, ਉਹ ਅੱਗੇ ਸ਼ਬਦ ਆਉਣਗੇ ਸਾਰੇ, ਵੀ ਇਹ ਪੋਚੇ ਮਾਰਦਾ ਰਹਿੰਦਾ। ਇਸ ਤਰ੍ਹਾਂ ਇਹਦੀ ਜ਼ਿੰਦਗੀ ਲੰਘ ਜਾਂਦੀ, ਕੰਮ ਵਾਲੇ ਪਾਸੇ ਧਿਆਨ ਨਹੀਂ ਦਿੰਦਾ। ਤਾਨਾ ਬਾਨਾ ਕਛੂ ਨਾ ਸੋਜੈ ਹਰ ਹਰ ਰਸ ਲਪਟਿਓ। ਨਾ ਇਹਨੂੰ ਕੋਈ ਤਾਣਾ ਤੇ ਨਾ ਕੋਈ ਬਾਣਾ ਸੁਝਦਾ। ਜਿਹੜਾ ਤਾਨਾ ਬਾਣਾ ਜਿਹੜਾ ਯਾਨੀ ਕਿ ਖੱਡੀ ਦੀਆਂ ਰੱਸੀਆਂ ਨੇ ਉਧਰ ਧਿਆਨ ਨਹੀਂ ਦਿੰਦਾ, ਪਰ ਹਰ ਜਿਹੜਾ ਹਰੀ ਦੇ ਨਾਮ ਦਾ ਰਸ ਹੈ ਉਹਦੇ ਵਿੱਚ ਹੀ ਇਹ ਲਪਟਿਆ ਰਹਿੰਦਾ, ਫਸਿਆ ਰਹਿੰਦਾ ਮਾਨੇ ਦਾ। ਮਾਰੇ ਕੁਲ ਕੌਨੇ RAM ਕਹਿਓ। ਕਬੀਰ ਸਾਹਿਬ ਦੀ ਮਾਤਾ ਕਹਿੰਦੀ ਹੈ ਨਾਲ ਦੀਆਂ ਆਪਣੀਆਂ ਗੁਆਂਢਣਾਂ ਨੂੰ, ਜਿਹੜੀਆਂ ਦਰਾਣੀਆਂ ਜਠਾਣੀਆਂ ਸਨ,
ਉਹਨਾਂ ਨੂੰ ਕਹਿੰਦੇ ਵੀ ਸਾਡੀ ਕੁਲ ਦੇ ਵਿੱਚ ਕਦੀ ਕਿਸੇ ਨੇ ਇੰਨਾ ਨਾਮ ਜਪਿਆ ਸੀ ਜਿਹੜਾ ਇਹ ਖੋਲ ਕੇ ਬਹਿ ਗਿਆ ਦੁਕਾਨ ਏਡੀ ਵੱਡੀ ਵੀ ਘਰ ਦਾ ਕੰਮ ਹੀ ਨਹੀਂ ਕਰਦਾ। ਇੰਨਾ ਕਿਤੇ 24 ਘੰਟੇ ਕੋ ਲੱਗਾ ਰਹਿੰਦਾ ਸੀ। ਚਲੋ ਕੋਈ ਕੀ ਹੋਇਆ ਵੀ ਮਹੀਨੇ ਮੱਸਿਆ ਸੰਗਰਾਂਦ ਵਾਲੇ ਦਿਨ ਗਏ ਤੇ 5 ਕਿਲੋ ਦਾ ਆਟੇ ਦੀ ਬੋਰੀ ਲੈ ਕੇ ਵਗਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਬਾਕੀ ਇਸ ਤਰ੍ਹਾਂ ਹੀ ਸਾਰਾ ਮਹੀਨਾ ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ। ਤਾਂ ਇਹ ਨਵਾਂ ਹੀ ਜੰਮਿਆ, ਹਮਾਰੇ ਕੁਲ ਕੌਨੇ ਰਾਮ ਕਹਿਓ। ਇਹ ਕਿੰਨੇ ਇੰਨਾ ਨਾਮ ਜਪਿਆ ਸੀ। ਦੂਜੀ ਗੱਲ, ਕਬੀਰ ਸਾਹਿਬ ਇੱਕ ਮੁਸਲਮਾਨ ਜਲਾਏ ਸੀ, ਇਸ ਕਰਕੇ ਤਾਂ ਵੀ ਕਹਿ ਰਹੇ ਨੇ, ਮਾਤਾ ਕਹਿੰਦੇ ਵੀ ਆਪਣੀ ਕੁਲ ਦੇ ਵਿੱਚ ਤਾਂ ਇਹ ਰਾਮ ਦਾ ਨਾਮ ਕੋਈ ਜਪਦਾ ਹੀ ਨਹੀਂ ਸੀ, ਉਹ ਦੂਜੇ ਹੀ ਅੱਲਾਹੂ ਵਾਲੀ ਗੱਲ ਹੀ ਚੱਲਦੀ ਸੀ। ਤੇ ਇਹ ਪਤਾ ਨਹੀਂ ਕਿੱਧਰੋਂ ਇਸ ਤਰ੍ਹਾਂ ਦਾ ਆ ਗਿਆ। ਫਿਰ ਚਲੋ ਜਪੇ ਵੀ, ਤੇ ਕੀ ਹੋਇਆ, ਘੜੀ ਉੱਠਦਿਆਂ ਬਹਿੰਦਿਆਂ 5 ਮਿੰਟ ਲਾ ਲਏ, ਜਿਵੇਂ ਅਸੀਂ ਕਰਨੇ ਆ ਵੀ ਫੋਨ ਫਾਨ ਵੀ ਵਿੱਚ ਹੀ ਸੁਣੀ ਗਏ ਤੇ ਸਾਰਾ ਕੁਝ ਕਰੀ ਗਏ। ਇਸ ਤਰ੍ਹਾਂ ਦਾ ਨਾਮ ਜਪ ਲੈ ਤੇ ਠੀਕ ਹੈ, ਪਰ ਇਹ ਤਾਂ ਮਸਤ ਹੋ ਗਿਆ ਹੈ। ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਇਓ ਰਹਾਓ। ਕਹਿੰਦੇ ਹਨ ਜਦੋਂ ਦੀ ਇਹਨੇ ਮਾਲਾ ਫੜੀ ਹੈ, ਨਿਪੂਤੇ, ਇੱਥੇ ਨਿਪੂਤੇ ਦਾ ਅਰਥ ਕਈ ਵਿਦਵਾਨਾਂ ਨੇ ਰਾਮਾਨੰਦ ਜੀ ਵੱਲ ਕੀਤਾ ਹੈ ਵੀ ਉਹਨਾਂ ਨੇ ਇਹਨਾਂ ਨੂੰ ਮਾਲਾ ਦੇ ਦਿੱਤੀ ਹੈ। ਕਹਿਣ ਲੱਗੇ ਜਿੱਦਣ ਦੀ ਉਹਦੀ ਸੰਗਤ ਹੋ ਗਈ, ਇਹਦਾ ਗੁਰੂ ਬਣ ਗਿਆ ਜਿੱਦਣ ਦਾ, ਉਦਣ ਤੋਂ ਲੈ ਕੇ ਕਹਿੰਦੇ ਸੁੱਖ ਨਾ ਪਇਓ। ਘਰ ਦੇ ਵਿੱਚ ਸੁੱਖ ਨਹੀਂ, ਕਿਉਂਕਿ ਕੰਮ ਨਹੀਂ ਕਰਦਾ। ਹੁਣ ਇੱਥੇ ਮਾਲਾ ਦੀ ਗੱਲ ਹੈ, ਕਈ ਕਹਿਣਗੇ ਮਾਲਾ ਦੀ ਗੱਲ ਨਹੀਂ, ਇਹ ਤੇ ਭਗਤੀ ਦੀ ਗੱਲ ਕਹੀ ਹੈ। ਉਸ ਵੇਲੇ ਮਾਲਾ ਸ਼ਬਦ ਆਇਆ ਹੀ ਤਾਂ ਹੈ ਵੀ ਕਬੀਰ ਸਾਹਿਬ ਦੇ ਕੋਲ ਵੀ ਮਾਲਾ ਸੀ, ਭਾਵੇਂ ਉਹਨਾਂ ਨੇ ਮਾਲਾ ਦਾ ਵੀ ਖੰਡਨ ਕੀਤਾ ਹੈ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਇਹ ਇੱਕ ਸਾਧਨ ਸੀ ਸਿਰਫ, ਤੇ ਸਾਧਨ ਨੂੰ ਚੰਬੜਨ ਦੇ ਨਾਲ ਕਦੀ ਪ੍ਰਾਪਤੀ ਨਹੀਂ ਹੁੰਦੀ। ਸਾਧਨ ਦੀ ਵਰਤੋਂ ਕਰਨ ਦੇ ਨਾਲ ਪ੍ਰਾਪਤੀ ਜ਼ਰੂਰ ਹੋ ਸਕਦੀ ਹੈ। ਇਸ ਕਰਕੇ ਸਾਧਨ ਸੀ, ਨਾ ਤੇ ਇਹਦਾ ਆਪਾਂ ਖੰਡਨ ਕਰਨਾ ਹੈ ਤੇ ਨਾ ਇਹ ਕਕਾਰ ਹੈ ਸਾਡਾ। ਪਰ ਸਾਡੇ ਕਈ ਬੰਦੇ, ਸਾਡੇ ਕਈ ਪ੍ਰਚਾਰਕ, ਉਹਨਾਂ ਦੀ ਕਥਾ ਹੀ ਕਦੀ ਮਾਲਾ ਦੀ ਮਤਲਬ ਇਹ ਟੌਪਿਕ ਲੈ ਆਉਣਗੇ ਵਿੱਚ ਵੀ ਮਾਲਾ। ਮੈਂ ਤੇ ਜੀ ਪਿੱਛੇ ਜੀ ਇੱਕ ਕਹਿੰਦਾ ਸੀ, ਮੈਂ ਸੁਣਿਆ ਹੈ, ਕਹਿੰਦੇ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ, ਪਹਿਲੇ ਮਾਲਾ ਬੜੀਆਂ ਮੈਂ ਪਾਉਂਦਾ ਸੀ ਪਹਿਲਾਂ, ਕਦੀ ਸੱਜੇ ਹੱਥ ਵਿੱਚ, ਕਦੀ ਖੱਬੇ, ਕਦੀ ਮੋਢਿਆਂ 'ਤੇ, ਕਦੀ ਕੰਨਾਂ 'ਤੇ, ਸਾਰਾ ਕੋਈ ਸਰੀਰ ਦਾ ਅੰਗ ਉਹਨੇ ਨਹੀਂ ਸੀ ਛੱਡਿਆ ਮਾਲਾ ਤੋਂ ਬਿਨਾਂ। ਤੇ ਉਹ ਮਾਲਾ ਵਿਖਾ ਕੇ ਚੰਗੀ ਜਦੋਂ ਗੱਫੇ ਕਰ ਲੈ ਨਾ ਇਕੱਠੇ, ਕਹਿੰਦੇ ਹੁਣ ਮੈਨੂੰ ਗਿਆਨ ਹੋਇਆ ਹੈ। ਤੇ ਜਿੱਦਣ ਗਿਆਨ ਹੋਇਆ ਹੈ, ਕਹਿੰਦੇ ਮਾਲਾ ਸਾਰੀਆਂ ਕੱਢ ਕੇ ਮੈਂ ਉਸੇ ਵੇਲੇ ਬਾਹਰ ਵਗਾਈਆਂ ਕਮਰੇ ਵਿੱਚੋਂ। ਮੈਂ ਕਿਹਾ ਵੀ ਗੱਲ ਤਾਂ ਬੜੀ ਤਕੜੀ ਕਰ ਗਿਆ ਬੰਦਾ, ਪਰ ਇਹਨੂੰ ਇਹ ਚੇਤਾ ਭੁੱਲ ਗਿਆ ਵੀ ਜਦੋਂ ਮਾਲਾ ਵਗਾਈਆਂ ਨੇ ਉਦੋਂ ਉਹ ਮਾਇਆ ਵੀ ਵਗਾ ਦੇਣੀ ਸੀ, ਜਿਹੜੀ ਮਾਲਾ ਵਿਖਾ ਕੇ ਲੋਕਾਂ ਤੋਂ ਲੁੱਟੀ ਹੈ। ਉਹ ਰੱਖ ਲਈ ਸਾਂਭ ਕੇ ਚੰਗੀ ਤਰ੍ਹਾਂ, ਕਾਗਜ਼ ਪੱਕੇ ਕਰਾ ਲਏ, ਭਾਵੇਂ ਕੁਝ ਕਹੀ ਜੋ। ਪਰ ਇਹ ਲੋਕ ਬੜੇ ਸਿਆਣੇ ਨੇ, ਪਖੰਡਾਂ ਤੋਂ ਇੰਨੀ ਛੇਤੀ ਲੋਕੀ ਇਹਨਾਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ। ਇਸ ਕਰਕੇ ਮਾਲਾ ਦਾ ਪ੍ਰਸ਼ਨ ਨਹੀਂ ਹੈ। ਇਹ ਸਾਡੇ ਪ੍ਰਚਾਰਕਾਂ ਨੇ ਕਦੀ ਦੁਸਹਿਰੇ ਦਾ, ਕਦੀ ਮਾਲਾ ਦਾ, ਕਦੀ ਰਖੜੀ ਦਾ, ਕਦੀ ਹੋਰ। ਜਿਹੜਾ 1430 ਅੰਗ ਨੇ ਬਾਪੂ ਬੈਠਾ, ਉਹਦੇ ਵਿੱਚੋਂ ਵੀ ਕੁਝ ਕਹਿ ਲਓ ਵੀ ਬਾਣੀ ਕੀ ਕਹਿ ਰਹੀ ਹੈ। ਇਸ ਕਰਕੇ ਮਾਤਾ ਕਹਿ ਰਹੀ ਕਬੀਰ ਸਾਹਿਬ ਦੀ ਵੀ ਜਿੱਦਣ ਦੀ ਇਹਨੇ ਮਾਲਾ ਫੜੀ, ਭਗਤੀ ਕਰਨ ਲੱਗਾ, ਉਦਣ ਦਾ ਘਰ ਦੇ ਵਿੱਚ ਸੁੱਖ ਨਹੀਂ, ਕਿਉਂਕਿ ਕੰਮ ਨਹੀਂ ਕਰਦਾ ਘਰ ਦਾ। ਸੁਨੋ ਜਠਾਨੀ ਸੁਨੋ ਦਰਾਨੀ ਅਚਰਜ ਏਕ ਪਇਓ। ਤੇ ਕੋਲ ਬੈਠੀਆਂ ਹੋਈਆਂ ਜਠਾਣੀਆਂ ਤੇ ਦਰਾਣੀਆਂ ਨੂੰ ਮਾਂ ਕਹਿੰਦੀ ਕਬੀਰ ਸਾਹਿਬ ਦੀ ਵੀ ਹੈਰਾਨੀ ਦੀ ਗੱਲ ਏ, ਇਹ ਅਚਰਜ ਗੱਲ ਹੋ ਗਈ ਹੈ। ਸਾਧ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆਂ ਕਿਉਂ ਨਾ ਮੋਇਓ। ਵੇਖੋ ਹੁਣ ਭਗਤ ਜੀ ਦੇ ਨਾਲ ਕਿੱਥੋਂ ਤੱਕ ਗੱਲ ਕਰ ਦਿੱਤੀ ਉਹਨਾਂ ਦੀ ਮਾਤਾ ਨੇ। ਕਹਿਣ ਲੱਗੀ ਇਹਨੇ 7 ਸੂਤਰ ਸੀ ਨਾ ਜਿਹੜੇ, ਇਹਦੇ ਖੱਡੀ ਦੇ 7 ਸੂਤਰ ਕੋਈ ਹੁੰਦੇ ਨੇ 7 ਰੰਗਾਂ ਦੇ, ਇਹ ਕਹਿੰਦੇ ਸਾਰੇ ਇਹਨੇ ਗਵਾ ਦਿੱਤੇ, ਟੁੱਟ ਗਏ। ਜਿਹੜੇ ਇਹਦੇ ਬਾਪ ਦਾਦੇ ਨੇ ਪਿੱਛੋਂ ਬਣਾ ਕੇ ਦਿੱਤੇ ਸੀ ਨਾ, ਸਾਧ ਸੂਤ ਦਾ ਮਤਲਬ ਇਹ ਵੀ ਹੈ ਵੀ ਜਿਹੜੇ ਪਿਛਲੇ ਇਹਦੇ ਗਾਹਕ ਆਉਂਦੇ ਸੀ, ਹੁਣ ਜਦੋਂ ਦੁਕਾਨ 'ਤੇ ਕੰਮ ਨਹੀਂ ਕਰਨਾ ਤੇ ਗਾਹਕ ਆਉਣੇ ਬੰਦ ਹੋ ਗਏ, ਹੋਰ ਕਿਤੇ ਚਲੇ ਗਏ। ਕਹਿੰਦੇ ਇਹਨੇ ਗਾਹਕ ਵੀ ਆਪਣੇ ਸਾਰੇ ਗਵਾ ਲਏ ਨੇ। ਸਾਤ ਸੂਤ ਇਨ ਮੁੰਡੀਏ ਖੋਏ, ਉਹ ਗਵਾ ਲਏ ਨੇ ਸਾਰਾ ਕੰਮ ਜਿਹੜਾ ਸੀ, ਇਹ ਕਾਰੋਬਾਰ ਸੀ, ਉਹਨੂੰ ਗਵਾ ਬੈਠਾ ਹੈ। ਤੇ ਅੱਗੋਂ ਇੱਕ ਸ਼ਬਦ ਕਹਿ ਦਿੱਤਾ, ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮੁੰਡਾ ਮਰ ਕਿਉਂ ਨਹੀਂ ਗਿਆ। ਏਡੀ ਵੱਡੀ ਗੱਲ ਕੀਤੀ ਹੈ ਮਾਂ ਨੇ। ਸਰਬ ਸੁਖਾ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਇਓ। ਜਿਹੜਾ ਸਾਰੇ ਸੁੱਖਾਂ ਦਾ ਕਬੀਰ ਸਾਹਿਬ ਜੀ ਉੱਤੋਂ ਆ ਗਏ ਤੇ ਉਹਨਾਂ ਨੇ ਸੁਣ ਲਿਆ ਸਾਰਾ ਕੁਝ। ਕਹਿਣ ਲੱਗੇ ਜਿਹੜੇ ਸਾਰੇ ਸੁੱਖਾਂ ਦਾ ਦਾਤਾ ਹੈ ਨਾ, ਅਕਾਲ ਪੁਰਖ ਦਾ ਨਾਮ, ਸੱਚੇ ਪਾਤਸ਼ਾਹ ਦਾ, ਉਹ ਨਾਮ ਦੀ ਦਾਤ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਜਿਹੜੀ ਸਾਰੇ ਸੁੱਖਾਂ ਦੀ ਦਾਤੀ ਹੈ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ ਨਖ ਬਿਦਰਿਓ। ਜਿਸ ਵਾਹਿਗੁਰੂ ਨੇ, ਸੱਚੇ ਪਾਤਸ਼ਾਹ ਨੇ
ਪ੍ਰਹਿਲਾਦ ਜੀ ਦੀ, ਸੰਤ ਪ੍ਰਹਿਲਾਦ ਦੀ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਥਾਂ ਤੇ ਇਹ ਵੀ ਸ਼ੰਕਾ ਕੱਢਣ ਲਈ ਆ ਗਿਆ, ਜਿਹੜਾ ਸੰਤ ਸ਼ਬਦ ਦੇ ਉੱਤੇ ਬੜੇ ਲੋਕ ਆਪਣੀਆਂ ਰੋਟੀਆਂ ਸੇਕਦੇ ਨੇ। ਕਈ ਕਹਿੰਦੇ ਅਸੀਂ ਲਾਉਣਾ ਜ਼ਰੂਰ ਹੈ, ਤੇ ਦੂਜੇ ਕਹਿੰਦੇ ਸੰਤ ਦੇ ਅਰਥ ਹੀ ਗੁਰੂ ਹੁੰਦੇ ਨੇ, ਬਈ ਹੋਰ ਤੇ ਕਿਸੇ ਨਾਲ ਇਹ ਲੱਗ ਹੀ ਨਹੀਂ ਸਕਦਾ। ਇੱਥੇ ਸੰਤ ਪ੍ਰਹਿਲਾਦ ਜੀ ਦੇ ਨਾਲ ਲੱਗਾ ਹੈ, ਤੇ ਪ੍ਰਹਿਲਾਦ ਜੀ ਦੇ ਨਾਲ ਕਿਤੇ ਗੁਰੂ ਨਾਂ ਨਹੀਂ ਲੱਗਾ, ਉਹ ਭਗਤ ਨੇ ਪ੍ਰਹਿਲਾਦ ਜੀ। ਇਸ ਕਰਕੇ ਕਹਿੰਦੇ ਸੰਤ ਪ੍ਰਹਿਲਾਦ ਕੀ ਪੈਜ ਜਿਨ, ਜਿਸ ਵਾਹਿਗੁਰੂ ਨੇ, ਜਿਸ ਨਾਮ ਨੇ ਭਗਤ ਪ੍ਰਹਿਲਾਦ ਜੀ ਦੀ ਲਾਜ ਰੱਖੀ ਸੀ, ਪੈਜ ਰੱਖੀ ਸੀ, ਔਰ ਜਿਹੜਾ ਹਰਨਾਕਸ਼ ਸੀ ਉਹਨੂੰ ਨਹੁੰਆਂ ਦੇ ਨਾਲ ਨਖ ਮੈਨੇ ਨਹੁੰ ਬਿਦਰਿਓ, ਉਹਦਾ ਪੇਟ ਪਾੜ ਕੇ ਮਾਰ ਦਿੱਤਾ ਸੀ ਹਰਨਾਕਸ਼ ਨੂੰ। ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ। ਕਬੀਰ ਸਾਹਿਬ ਦੀ ਮਾਤਾ ਕਹਿੰਦੀ ਇਹਨੇ ਘਰ ਕੇ ਦੇਵਤੇ, ਜਿਹੜੇ ਘਰ ਦੇ ਦੇਵਤੇ ਸਨ, ਤੇ ਪਿਤਰਾਂ ਦੀ ਪੁਰਾਣੀ ਜਿਹੜੀ ਰੀਤ ਸੀ ਸਾਰੀ, ਕਹਿੰਦੇ ਬਾਪ ਦਾਦੇ ਦੀ ਛੱਡ ਦਿੱਤੀ ਹੈ, ਬਸ ਗੁਰੂ ਕਾ ਸ਼ਬਦ ਹੀ ਜਪੀ ਜਾਂਦਾ ਹੈ। ਕਹਤ ਕਬੀਰ ਸਗਲ ਪਾਪ ਖੰਡਨ, ਸੰਤ ਲੈ ਉਦਰਿਓ। ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਸਾਰੇ ਪਾਪਾਂ ਨੂੰ ਖੰਡਨ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਆਪਣੇ ਸਾਧੂਆਂ ਨੂੰ, ਸੰਤ ਜਨਾਂ ਨੂੰ ਲੈ ਕੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ, ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਕਰ ਦਿੱਤੀ ਹੈ। ਲਾਵਲ ਕੋ ਹਰ ਸਮਾਨ ਨਹੀਂ ਰਾਜਾ। ਕਬੀਰ ਸਾਹਿਬ ਇੱਥੇ ਬੇਪਰਵਾਹੀ ਦੇ ਵਿੱਚ, ਕਿਉਂਕਿ ਜਿਹੜੀ ਭਗਤੀ ਹੈ ਸਾਧ ਸੰਗਤ ਦੀ, ਜਿਹੜਾ ਸਿਮਰਨ ਹੈ, ਬੰਦਗੀ ਦੇ ਵਿੱਚ ਮਨੁੱਖ ਦੇ ਅੰਦਰ ਇੱਕ ਗੁਣ ਪੈਦਾ ਹੁੰਦਾ ਹੈ, ਉਹਨੂੰ ਕਹਿੰਦੇ ਨੇ ਬੇਪਰਵਾਹ ਹੋ ਜਾਣਾ। ਉਸ ਬੇਪਰਵਾਹੀ ਦੇ ਵਿੱਚ, ਉਸ ਬੇਪਰਵਾਹੀ ਨੂੰ ਆਪਾਂ ਹੰਕਾਰ ਨਹੀਂ ਕਹਿ ਸਕਦੇ। ਉੱਥੇ ਭਗਤ ਜੀ ਕਹਿ ਰਹੇ ਨੇ ਵਾਹਿਗੁਰੂ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ, ਅਸੀਂ ਕਿਸੇ ਸੰਸਾਰ ਦੇ ਭੂਪਤ ਰਾਜੇ ਦੀ ਪਰਵਾਹ ਨਹੀਂ ਕਰਦੇ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾਰ। ਇਹ ਜਿਹੜੇ ਸੰਸਾਰ ਦੇ ਭੂਪਤੀ ਯਾਨੀ ਕਿ ਭੂਮੀ ਦੇ ਪਤੀ ਮਾਲਕ ਹਨ, ਰਾਜੇ ਹਨ, ਇਹ 4 ਕੁ ਦਿਨਾਂ ਦੇ ਹਨ, ਇਹ ਝੂਠੇ ਵਿਖਾਵੇ ਕਰਦੇ ਹਨ। ਤੇਰੋ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰ ਛਾਜਾ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਜੇ ਕੋਈ ਤੇਰਾ ਜਨ ਹੋਏ ਸੋਏ ਕਤ ਡੋਲਾ, ਉਹ ਨਹੀਂ ਡੋਲਦਾ ਇਹਨਾਂ ਨੂੰ ਵੇਖ ਕੇ ਵੀ ਆ ਗਏ MLA ਸਾਹਿਬ ਤੇ ਜੁੱਤੀ ਲਾ ਕੇ ਅੱਗੇ ਖਲੋ ਜਾਓ। 3 ਭਵਨ ਪਰ ਛਾਜਾ, ਕਿਉਂਕਿ ਤੇਰਾ ਜਸ ਜਿਹੜਾ ਹੈ, ਤੇਰੀ ਉਪਮਾ, ਤੇਰੀ ਸ਼ਕਤੀ ਸੱਚੇ ਪਾਤਸ਼ਾਹ 3 ਭਵਨਾਂ ਤੇ ਛਾਈ ਹੋਈ ਹੈ। ਇੱਥੇ ਕਬੀਰ ਜੀ ਨੇ ਕਿਹਾ ਤੇਰੋ ਜਨ ਹੋਏ, ਇਹ ਤੇਰਾ ਜਨ ਹੋਵੇ ਤੇ ਤਾਂ, ਜੇ ਹੋਰ ਕਿਸੇ ਦਾ ਹੋਵੇ ਫਿਰ ਤੇ ਡੋਲਦੇ ਫਿਰਦੇ ਨੇ। ਇਸ ਕਰਕੇ ਉਹਦੀ ਵਡਿਆਈ ਜਿਹੜੀ ਹੈ ਸਾਧ ਸੰਗਤ ਜੀ, ਭਗਤ ਦੀ ਜਿਹੜੀ ਉਪਮਾ ਹੈ, ਉਹ ਸਾਰੇ ਪਾਸੇ ਛਾਈ ਹੋਈ ਹੈ। ਹਾਥ ਪਸਾਰ ਸਕੈ ਕੋ ਜਨ ਕਉ, ਬੋਲ ਸਕੈ ਨਾ ਅੰਦਾਜ਼ਾ। ਮਹਾਰਾਜ ਕਹਿੰਦੇ ਹਨ, ਭਗਤ ਜੀ ਕਹਿੰਦੇ ਹਨ ਵੀ ਹੱਥ ਤੇ ਕਿਸੇ ਨੇ ਕੀ ਚੁੱਕਣਾ ਤੇਰੇ ਭਗਤ ਦੇ ਉੱਤੇ। ਹਾਥ ਪਸਾਰ ਸਕੈ ਕੋ ਜਨ ਕੋ, ਕੌਣ ਹੈ ਜਿਹੜਾ ਤੇਰੇ ਭਗਤਾਂ ਦੇ ਉੱਤੇ ਹੱਥ ਚੁੱਕ ਸਕਦਾ ਹੈ? ਕੋਈ ਉਹਨਾਂ ਦੇ ਸਾਹਮਣੇ ਬੋਲ ਵੀ ਨਹੀਂ ਸਕਦਾ ਉੱਚੀ ਆਵਾਜ਼ ਕਰਕੇ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਇਸ ਕਰਕੇ ਹੇ ਅਚੇਤ ਮਨ, ਹੇ ਸੰਸਾਰ ਦੀਆਂ ਖੁਸ਼ਾਮਦਾ ਕਰਨ ਵਾਲੇ ਮਨ, ਚੇਤੇ ਕਰ ਉਸ ਵਾਹਿਗੁਰੂ ਨੂੰ ਜਿਹੜਾ ਬੇਪਰਵਾਹ ਕਰਦਾ ਹੈ। ਚੇਤੇ ਉਹਦਾ ਵਾਜਾ ਹਰ ਇੱਕ ਸਰੀਰ ਦੇ ਵਿੱਚ ਅਨਹਦ ਰੂਪ ਦੇ ਵਿੱਚ ਵੱਜ ਰਿਹਾ ਹੈ। ਕਹੇ ਕਬੀਰ ਸੰਸਾ ਭ੍ਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ। ਕਬੀਰ ਸਾਹਿਬ ਕਹਿੰਦੇ ਨੇ ਸੰਸਾ ਤੇ ਭਰਮ ਜਿਹੜਾ ਮੇਰਾ ਚੁੱਕਿਆ ਗਿਆ, ਖਤਮ ਹੋ ਗਿਆ, ਕਿਉਂਕਿ ਮੈਂ ਵੇਖ ਲਿਆ ਵੀ ਧਰੂ ਤੇ ਪ੍ਰਹਿਲਾਦ ਨੂੰ ਨਿਵਾਜਿਆ ਹੈ। ਗਰੀਬ ਨਵਾਜ ਹਨ ਸੱਚੇ ਪਾਤਸ਼ਾਹ ਜੀ। ਬਿਲਾਵਲ ਰਾਖ ਲਿਓ ਹਮ ਤੇ ਬਿਗਰੀ। ਅਰਦਾਸ ਦੇ ਰੂਪ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਚਨ ਕਹਿੰਦੇ ਨੇ, ਕਹਿੰਦੇ ਹੇ ਵਾਹਿਗੁਰੂ ਕਿਰਪਾ ਕਰੋ, ਸਾਡੇ ਤੋਂ ਬਹੁਤ ਕੰਮ ਵਿਗੜ ਗਿਆ। ਕਾਹਦੇ ਤੋਂ? ਕਿਉਂ? ਹੰਕਾਰ ਦੇ ਨਾਲ। ਜੀਵਨ ਦਾ ਸਹੀ ਰਸਤਾ ਅਸੀਂ ਨਹੀਂ ਲੱਭਿਆ। ਸਾਡੇ ਤੋਂ ਵਿਗੜੀ ਹੋਈ ਗੱਲ ਜਿਹੜੀ ਹੈ, ਆਪ ਜੀ ਕਿਰਪਾ ਕਰਕੇ ਰੱਖ ਲਵੋ। ਸੀਲ ਧਰਮ ਜਪ ਭਗਤ ਨਾ ਕੀਨੀ। ਨਾ ਭਗਤੀ ਕੀਤੀ ਹੈ ਮਹਾਰਾਜ, ਨਾ ਜਪ ਕੀਤਾ ਹੈ, ਨਾ ਧਰਮ ਕਮਾਇਆ ਤੇ ਨਾ ਧੀਰਜ ਹੈ ਅੰਦਰ। ਹੋ ਅਭਿਮਾਨ ਟੇਢ ਪਗਰੇ ਰਹਾਓ। ਬਸ ਮੈਂ ਤੇ ਸੱਚੇ ਪਾਤਸ਼ਾਹ ਟੇਢੀ ਪੱਗ ਬੰਨ ਕੇ ਨਾ, ਟੇਢੀ ਹੰਕਾਰ ਦੇ ਨਾਲ ਬੜਾ ਆਕੜ ਕੇ ਤੁਰਨਾ ਵੀ ਮੇਰੇ ਵਰਗਾ ਹੋਰ ਕੋਈ ਨਹੀਂ। ਹੰਕਾਰ ਬਹੁਤ ਹੈ ਅੰਦਰ। ਅਮਰ ਜਾਨ ਸੰਚੀ ਇਹ ਕਾਇਆ। ਇਹ ਜਿਹੜੀ ਕਾਇਆ ਹੈ, ਕਹਿੰਦੇ ਨੇ ਇਹਨੂੰ ਅਮਰ ਜਾਣ ਲਿਆ ਕਿ ਇਹਨੇ ਮਰਨਾ ਨਹੀਂ ਕਦੀ। ਸੰਚੀ ਇਹ ਕਾਇਆ, ਇਹਦੇ ਆਰ ਪਾਰ ਵਿੱਚ ਇਸ ਤਰ੍ਹਾਂ ਜੁੜਿਆ ਹੋਇਆ
ਕਿ ਸਦਾ ਹੀ ਇਹਨੇ ਮੇਰੇ ਨਾਲ ਰਹਿਣਾ ਹੈ। ਇਹ ਮਿੱਥਿਆ ਕਾਚੀ ਗਗਰੀ, ਪਰ ਇਹ ਪਤਾ ਹੀ ਨਹੀਂ ਲੱਗਾ ਮਹਾਰਾਜ ਸਾਰੀ ਉਮਰ ਇਹ ਤੇ ਕੱਚੀ ਗਾਗਰ ਹੈ, ਕੱਚੇ ਘੜੇ ਵਰਗੀ, ਪਤਾ ਨਹੀਂ ਕਦੋਂ ਟੁੱਟ ਜਾਏ। ਜਿਨਹਿ ਨਿਵਾਜ ਸਾਜ ਹਮ ਕੀਏ, ਜਿਸ ਵਾਹਿਗੁਰੂ ਨੇ ਸਾਨੂੰ ਸਾਜਿਆ ਤੇ ਨਿਵਾਜਿਆ ਹੈ, ਸਾਨੂੰ ਬਣਾਇਆ ਹੈ, ਤਿਸਹਿ ਵਿਸਾਰ ਅਵਰ ਲਗਰੇ। ਸਾਡੀ ਪ੍ਰੀਤ ਜਿਹੜੀ ਹੈ ਐਸੇ ਵਾਹਿਗੁਰੂ ਨੂੰ ਛੱਡ ਕੇ ਜੋ ਬਣਾਉਣ ਵਾਲਾ ਸਿਰਜਣਹਾਰ ਹੈ, ਹੋਰ ਪਾਸੇ ਲਗਰੀ ਲੱਗੀ ਹੋਈ ਹੈ। ਸੰਤਿਕ ਤੋਹੇ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ, ਤੁਹਾਡੀ ਸ਼ਰਨ ਵਿੱਚ ਪਏ ਹਾਂ, ਤੁਹਾਡੇ ਪੈਰਾਂ ਤੇ ਪੈ ਗਿਆ ਸੱਚੇ ਪਾਤਸ਼ਾਹ, ਤੇ ਸੰਦਿਕ ਤੋਹੇ ਸਾਧ ਨਹੀਂ ਕਹੀਓ। ਸੰਦਿਕ ਮੈਨੇ ਚੋਰ, ਮੈਨੂੰ ਚੋਰ ਕੋਈ ਕਵੇ ਤਾਂ ਚੰਗੀ ਗੱਲ ਹੈ, ਮੇਰੇ ਵਰਗਾ ਚੋਰ ਕੋਈ ਨਹੀਂ ਹੈ, ਮੈਂ ਸਾਧ ਨਹੀਂ ਹਾਂ, ਕੋਈ ਮੈਨੂੰ ਸਾਧ ਨਾ ਕਵੇ। ਇਹ ਕਬੀਰ ਸਾਹਿਬ ਕਹਿੰਦੇ ਨੇ ਮੈਂ ਚੋਰ ਹਾਂ, ਤੇ ਸਾਨੂੰ ਸਮਝਾਉਂਦੇ ਵੀ ਅਰਦਾਸ ਇਸ ਤਰ੍ਹਾਂ ਕਰੀਦੀ ਹੈ, ਤੁਹਾਡੀ ਸ਼ਰਨ ਵਿੱਚ ਆਏ ਹਾਂ ਗਰੀਬ ਨਵਾਜ। ਕਹੇ ਕਬੀਰ ਇਹ ਬਿਨਤੀ ਸੁਣੀਓ, ਮਤ ਘਾਲਹੁ ਜਮ ਕੀ ਖਬਰੇ। ਕਬੀਰ ਸਾਹਿਬ ਕਹਿੰਦੇ ਹੈ ਸੱਚੇ ਪਾਤਸ਼ਾਹ, ਇਹ ਬੇਨਤੀ ਹੈ, ਇਹ ਅਰਦਾਸ ਹੈ, ਇਹ ਜਮਾਂ ਨੂੰ ਨਾ ਘੱਲਿਆ ਜੇ, ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜੀ ਨਾਮ ਦੀ ਦਾਤ ਬਖਸ਼ ਦਿਓ, ਮੁਕਤੀ ਬਖਸ਼ ਦਿਓ। ਬਿਲਾਵਲ ਧਰਮਾ ਦੇ ਠਾਡੇ ਦਰਬਾਰ। ਅਗਲੇ ਸ਼ਬਦ ਦੇ ਵਿੱਚ ਦਰਸ਼ਨ ਦੀ ਮੰਗ ਕਰਦੇ ਨੇ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਦਰਮਾਂਦੇ, ਦਰਮਾਂਦੇ ਦਾ ਮਤਲਬ ਹੁੰਦਾ ਹੈ ਦਰ ਤੇ ਬੈਠਾ ਹੋਇਆ ਮੰਗਤਾ, ਜਿਹੜਾ ਹੈ ਭੀਖ ਮੰਗਣ ਵਾਲਾ। ਠਾਡੇ ਦਰਬਾਰ, ਮੰਗਤੇ ਬਣ ਕੇ ਠਾਡੇ ਮੈਨੇ ਖੜੇ ਹੋਏ, ਤੇਰੇ ਦਰ ਤੇ ਖਲੋ ਕੇ ਸੱਚੇ ਪਾਤਸ਼ਾਹ ਤੇਰੇ ਦਰਬਾਰ ਤੋਂ ਭੀਖ ਮੰਗਦੇ ਹਾਂ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੇਰੇ ਤੋਂ ਬਿਨਾ ਹੋਰ ਕੋਈ ਮੇਰੀ ਸੁਰਤ ਕੌਣ ਕਰ ਸਕਦਾ ਹੈ, ਭਾਵ ਹੋਰ ਮੇਰੇ ਨਾਲ ਮਿੱਤਰਤਾ ਕੌਣ ਨਿਭਾ ਸਕਦਾ, ਮੇਰਾ ਧਿਆਨ ਕੌਣ ਰੱਖੇਗਾ ਹੋਰ ਵਾਹਿਗੁਰੂ ਤੇਰੇ ਤੋਂ ਬਿਨਾ। ਦਰਸ਼ਨ ਦੀਜੈ ਖੋਲ ਕੇ ਵਾਰ ਰਹਾਓ। ਇਸ ਕਰਕੇ ਕਵਾੜ ਖੋਲ ਕੇ, ਕਵਾੜ ਮੈਨੇ ਦਰਵਾਜ਼ਾ, ਦਰਸ਼ਨ ਦੀਜੈ ਖੋਲ ਕਿਵਾਰ, ਕਿਵਾਰ ਸ਼ਬਦ ਲਿਖਿਆ ਇੱਥੇ, ਇਹ ਕਵਾੜ ਖੋਲ ਕੇ, ਦਰਵਾਜ਼ੇ ਖੋਲ ਕੇ ਦਰਸ਼ਨ ਦੇ ਦਿਓ ਆਪਣੇ, ਕਿਰਪਾ ਕਰ ਦਿਓ। ਤੁਮ ਤਨ ਧਨੀ ਉਦਾਰ ਤਿਆਗੇ। ਮੈਂ ਸੁਣਿਆ ਹੈ ਕਿ ਤੁਸੀਂ ਬੜੇ ਧਨੀ ਹੋ, ਤੁਹਾਡੇ ਕੋਲ ਬੜੀਆਂ ਸ਼ਕਤੀਆਂ ਨੇ, ਬੜੀਆਂ ਪਾਵਰਾਂ ਨੇ, ਫਿਰ ਤੁਸੀਂ ਉਦਾਰ ਬੜੇ ਹੋ, ਖੁੱਲੇ ਮਨ ਵਾਲੇ ਹੋ, ਦੇਣ ਲੱਗਿਆਂ ਬਿਲਕੁਲ ਕੰਜੂਸੀ ਨਹੀਂ ਕਰਦੇ, ਫਿਰ ਤੁਸੀਂ ਤਿਆਗੀ ਵੀ ਬੜੇ ਹੋ। ਇੰਨਾ ਕੁਝ ਕੋਲ ਹੁੰਦਿਆਂ ਕਿਸੇ ਚੀਜ਼ ਦੇ ਵਿੱਚ ਤੁਹਾਡਾ ਮੋਹ ਨਹੀਂ ਹੈ। ਸ਼ਰਵਣਨ ਸੁਨੀਅਤ ਸੁਜਸ ਤੁਮਾਰ। ਇਹਨਾਂ ਕੰਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਤੁਹਾਡੀਆਂ ਮਹਾਰਾਜ ਸੁਣੀਆਂ ਨੇ, ਤੁਹਾਡਾ ਜਸ ਸੁਣਿਆ ਹੈ ਕਿ ਆਪ ਜੀ ਇਹਨਾਂ ਗੁਣਾਂ ਦੇ ਮਾਲਕ ਹੋ। ਮਾਗੋ ਕਾਹੇ ਰੰਗ ਸਭ ਦੇਖੋ। ਤੁਹਾਨੂੰ ਛੱਡ ਕੇ ਹੋਰ ਕਿਤੇ ਤੋਂ ਮੰਗੀਏ, ਕਿਉਂਕਿ ਬਾਕੀ ਦੇ ਸਾਰੇ ਮੈਨੂੰ ਕੰਗਾਲ ਲੱਗਦੇ ਨੇ, ਗਰੀਬ ਲੱਗਦੇ ਨੇ। ਆਪ ਹੀ ਰੱਜੇ ਪੁੱਜੇ ਹੋ, ਬਾਕੀ ਤਾਂ ਆਪ ਮੰਗਦੇ ਫਿਰਦੇ ਹਨ। ਤੁਮਹੀ ਤੇ ਮੇਰੋ ਨਿਸਤਾਰ। ਆਪ ਜੀ ਤੋਂ ਹੀ ਮੇਰਾ ਪਾਰ ਉਤਾਰਾ ਹੋ ਸਕਦਾ ਹੈ, ਨਿਸਤਾਰਾ ਹੋ ਸਕਦਾ ਹੈ ਮਹਾਰਾਜ। ਜੈ ਦੇਵ ਨਾਮਾ ਬਿਪਸਦਾਮਾ। ਇਹ ਜਿਹੜੇ ਜੈਦੇਵ ਭਗਤ ਜੀ ਮੇਰੇ ਤੋਂ ਪਹਿਲਾਂ ਹੋਏ ਨੇ, ਕਬੀਰ ਸਾਹਿਬ ਕਹਿੰਦੇ, ਤੇ ਨਾਮਦੇਵ ਜੀ ਤੇ ਵਿਪਰ ਸਦਾਮਾ ਜਿਹੜਾ ਪੰਡਤ ਸਦਾਮਾ ਹੈ, ਤਿਨ ਕੋ ਕਿਰਪਾ ਪਈ ਹੈ ਅਪਾਰ। ਉਹਨਾਂ ਦੇ ਉੱਤੇ ਵੀ ਬੜੀ ਵੱਡੀ ਕਿਰਪਾ ਕੀਤੀ ਆਪ ਜੀ ਨੇ। ਕਹੇ ਕਬੀਰ ਤੁਮ ਸਮਰਥ ਦਾਤੇ। ਕਬੀਰ ਸਾਹਿਬ ਕਹਿੰਦੇ ਹੈ ਵਾਹਿਗੁਰੂ ਆਪ ਜੀ ਸਮਰੱਥ ਦਾਤੇ ਹੋ, ਕਿਰਪਾ ਕਰਨ ਵਾਲੇ ਪੂਰੇ ਤਾਕਤਵਰ ਹੋ। ਚਾਰ ਪਦਾਰਥ ਦੇਤ ਨ ਬਾਰ। ਇਹ ਚਾਰ ਪਦਾਰਥ ਤੁਹਾਡੇ ਘਰ ਦੇ ਵਿੱਚ ਭਰਪੂਰ ਨੇ, ਤੇ ਦਿੰਦਿਆਂ ਕੋਈ ਦੇਰ ਨਹੀਂ ਲੱਗਦੀ, ਜਦੋਂ ਦੇਣ ਤੇ ਆਵੋ ਤੇ ਕਿਰਪਾ ਕਰ ਦਿੰਦੇ ਹੋ। ਕਬੀਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਡਿਆਈ ਵਿੱਚ ਸ਼ਬਦ ਉਚਾਰਨ ਕਰ ਰਹੇ ਨੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।